1947 ਦੀ ਆਜ਼ਾਦੀ ਦੀ ਜੰਗ ਦੇ ਵਿੱਚ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਆਮ ਲੋਕਾਂ ਦੀ ਕਟਾਵੱਢੀ ਹੋਈ, ਕਤਲੋ-ਗਾਰਤ ਹੋਈ, ਉੱਥੇ ਹੀ ਆਜ਼ਾਦੀ ਦੇ ਅਨੇਕਾਂ ਪਰਵਾਨੇ ਹੱਸ-ਹੱਸ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਸੀ। ਪਾਕਿਸਤਾਨ ਦੀ ਹੱਦ ਦੇ ਨਾਲ ਲੱਗਦੇ ਪੰਜਾਬ ਸੂਬੇ ਦੇ ਵਾਸੀਆਂ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ। ਅੰਕੜੇ ਮੂੰਹੋਂ ਬੋਲਦੇ ਨੇ ਕਿ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਦੇ ਲਈ ਵਿੱਢੀ ਜੰਗ ਦੇ ਵਿੱਚ ਸਭ ਤੋਂ ਘੱਟ ਆਬਾਦੀ ਵਾਲੇ ਸਿੱਖਾਂ ਨੇ ਆਜ਼ਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ। ਉਂਝ ਤਾਂ ਸਿੱਖ ਕੌਮ ਦੀ ਤਾਸੀਰ ਹੀ ਜੁਝਾਰੂ ਮੰਨੀ ਜਾਂਦੀ ਹੈ। ਆਪਣੇ ਤੇ ਦੂਸਰਿਆਂ ਦੇ ਹੱਕਾਂ ਖਾਤਰ ਲੜਨ ਮਰਨ ਵਾਸਤੇ ਇਹ ਸਦਾ ਤਿਆਰ ਰਹਿੰਦੇ ਨੇ। ਪਰ ਆਜ਼ਾਦੀ ਦੀ ਜੰਗ ਵੇਲੇ ਇੱਕ ਵਾਕਿਆ ਦਿੱਲੀ ਦੇ ਵਿੱਚ ਇੱਕ ਖਾਸ ਵੀ ਵਾਪਰਿਆ ਸੀ। ਸਿੱਖਾਂ ਦੇ ਦਿਲਾਂ ਵਿੱਚ ਆਜ਼ਾਦੀ ਦੀ ਚੰਗਿਆੜੀ ਹੈ ਜਿਹੜੀ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਕਿਵੇਂ ਬਣੀ ਸੀ। ਦੁੱਧ ਚੁੰਗਦੇ ਬੱਚੇ ਦੇ ਨਾਲ ਇੱਕ ਸਿੱਖ ਬੀਬੀ ਨੇ ਅੰਗਰੇਜ਼ਾਂ ਨੂੰ ਗੁਰੂ ਘਰ ਦੇ ਸਾਹਮਣੇ ਕਿਵੇਂ ਝੁਕਾ ਦਿੱਤਾ ਸੀ। ਇਹ ਸਾਰਾ ਸੱਚਾ ਕਿੱਸਾ ਆਪਾਂ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਖਾਲਸ ਟੀਵੀ ਦੀ ਖਾਸ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ। 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਲਾਸਾਨੀ ਸ਼ਹਾਦਤ ਦੇ ਕੇ ਧਾਰਮਿਕ ਆਜ਼ਾਦੀ ਦਾ ਪਾਠ ਪੜਾਇਆ ਸੀ। ਧਰਮ ਨਿਰਪੱਖਤਾ ਦੀ ਇਸ ਤੋਂ ਵੱਡੀ ਮਿਸਾਲ ਕੋਈ ਮਿਲ ਨਹੀਂ ਸਕਦੀ। ਤੇ ਫਿਰ ਤਕਰੀਬਨ ਪੌਣੇ 300 ਸਾਲਾਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੁੜੇ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸਿੰਘਾਂ ਨੇ ਅੰਗਰੇਜ਼ਾਂ ਦੀ ਹਕੂਮਤ ਨੂੰ ਆਜ਼ਾਦੀ ਦਾ ਪਾਠ ਪੜਾਇਆ ਸੀ। ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਢਾਹ ਕੇ ਬ੍ਰਿਟਿਸ਼ ਹਕੂਮਤ ਨੇ ਜਿਹੜੀ ਚੰਗਿਆੜੀ ਸਿੱਖਾਂ ਦੇ ਮਨਾਂ ਵਿੱਚ ਜਲਾਈ ਸੀ ਉਸ ਦਾ ਸੇਕ ਪੰਜਾਬ ਤੱਕ ਪਹੁੰਚ ਗਿਆ ਸੀ। ਉਹ ਅੱਗ ਪੰਜਾਬ ਤੱਕ ਫੈਲ ਗਈ ਸੀ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਮੋਰਚੇ ਲੱਗਣੇ ਸ਼ੁਰੂ ਹੋ ਗਏ ਸੀ। ਅੰਗਰੇਜ਼ਾਂ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਦੇ ਲਈ ਰਣਨੀਤੀ ਤਿਆਰ ਹੋਈ। ਮਹੰਤਾਂ ਦੇ ਹੱਥੋਂ ਗੁਰੂ ਘਰਾਂ ਦੀ ਸੇਵਾ ਸੰਭਾਲ ਦੀ ਲਹਿਰ ਨੇ ਹੋਰ ਤੇਜ਼ੀ ਫੜੀ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਉਣ ਦੀ ਇਸ ਪੂਰੀ ਘਟਨਾ ਦੇ ਵਿੱਚ ਇੱਕ ਸਿੱਖ ਬੀਬੀ ਦੀ ਦਲੇਰੀ ਵੀ ਕਾਬਲੇ ਤਾਰੀਫ ਹੈ, ਜਿਸ ਨੇ ਦੁੱਧ ਚੁੰਗਦੇ ਆਪਣੇ ਬੱਚੇ ਨਾਲ ਅੰਗਰੇਜ਼ਾਂ ਨੂੰ ਝੁਕਣ ਦੇ ਲਈ ਮਜਬੂਰ ਕਰ ਦਿੱਤਾ ਸੀ। ਅੰਗਰੇਜ਼ਾਂ ਨੇ 1911 ਦੇ ਵਿੱਚ ਆਪਣੀ ਰਾਜਧਾਨੀ ਕਲਕੱਤੇ ਤੋਂ ਦਿੱਲੀ ਬਣਾਉਣ ਦਾ ਫੈਸਲਾ ਲਿਆ। ਇਸ ਦੇ ਲਈ ਦਿੱਲੀ ਵਿੱਚ ਸਰਕਾਰੀ ਇਮਾਰਤਾਂ ਅਤੇ ਦਫ਼ਤਰਾਂ ਦੀ ਉਸਾਰੀ ਦੇ ਲਈ ਜ਼ਮੀਨ ਦੀ ਭਾਲ ਵੀ ਸ਼ੁਰੂ ਹੋ ਗਈ। ਅੰਗਰੇਜ਼ਾਂ ਨੇ ਵੱਖ-ਵੱਖ ਯੋਜਨਾਵਾਂ ਬਣਾਈਆਂ। ਇਸ ਦੌਰਾਨ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਵਾਇਸਰਾਏ ਭਵਨ ਦੇ ਲਈ ਜਿਹੜੀ ਥਾਂ ਪਸੰਦ ਕੀਤੀ ਉਹ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਿਲਕੁਲ ਨਾਲ ਲੱਗਦੀ ਸੀ। ਅੰਗਰੇਜ਼ ਹਕੂਮਤ ਦੇ ਹੁਕਮਾਂ ਤੇ ਅਧਿਕਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ। ਸੜਕਾਂ ਚੌੜੀਆਂ ਕੀਤੀਆਂ ਗਈਆਂ। ਇਸ ਦੌਰਾਨ ਰਾਹ ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਹੈ ਜਿਹੜੀ ਉਹ ਆ ਰਹੀ ਸੀ। ਅਫਸਰਾਂ ਨੇ ਬਿਨਾਂ ਸਲਾਹ ਮਸ਼ਵਰੇ ਦੇ ਭਵਨ ਨਿਰਮਾਣ ਮੁਤਾਬਿਕ ਗੁਰਦੁਆਰੇ ਦੀ ਕੰਧ ਢਾਹ ਦਿੱਤੀ ਅਤੇ ਥਾਂ ਨੂੰ ਤਾਰ ਨਾਲ ਵਗਲਾ ਪਾ ਲਿਆ, ਯਾਨੀ ਕਿ ਘੇਰ ਲਿਆ। ਤੇ ਉਸੇ ਵਕਤ ਇੱਕ ਸਿੱਖ ਬੀਬੀ ਸ਼ਾਮ ਕੌਰ ਨੇ ਮੌਕੇ ਤੇ ਇਹ ਸਾਰਾ ਕੁਝ ਦੇਖ ਲਿਆ ਤੇ ਆਪਣੇ ਦੁੱਧ ਚੁੰਗਦੇ ਬੱਚੇ ਗੁਰਬਖਸ਼ ਸਿੰਘ ਨੂੰ ਛਾਤੀ ਦੇ ਨਾਲ ਲਗਾ ਕੇ ਢਾਹੀ ਗਈ ਕੰਧ ਦੇ ਉੱਤੇ ਲੇਟ ਗਈ ਤੇ ਐਲਾਨ ਕਰ ਦਿੱਤਾ ਕਿ ਉਹਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿਓ, ਪਰ ਗੁਰੂ ਘਰ ਦੀ ਢਾਹੀ ਕੰਧ ਤੋਂ ਉਹ ਨਹੀਂ ਪਿੱਛੇ ਹਟੇਗੀ, ਉੱਠੇਗੀ ਨਹੀਂ। ਦਲੇਰ ਬੀਬੀ ਸ਼ਾਮ ਕੌਰ ਦੇ ਇਸ ਕਦਮ ਨੇ ਅਧਿਕਾਰੀਆਂ ਨੂੰ ਆਪਣਾ ਪ੍ਰੋਜੈਕਟ ਉੱਥੇ ਹੀ ਰੋਕਣ ਲਈ ਮਜਬੂਰ ਕਰ ਦਿੱਤਾ ਤੇ ਬੀਬੀ ਸ਼ਾਮ ਕੌਰ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਪ੍ਰਬੰਧ ਵੇਖ ਰਹੇ ਮਹੰਤ ਸੌਣ ਸਿੰਘ ਦੀ ਪਤਨੀ ਸੀ। ਵਾਇਸਰਾਏ ਦੀ ਕੋਠੀ ਬਣਾਉਣ ਦੇ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਉਣ ਦੀ ਖਬਰ ਜਿਵੇਂ ਹੀ ਪੰਜਾਬ ਪਹੁੰਚੀ ਤਾਂ ਸਿੱਖ ਸੰਗਤਾਂ ਦੇ ਵਿੱਚ ਰੋਸ ਫੈਲ ਗਿਆ। ਅੰਗਰੇਜ਼ਾਂ ਦੇ ਖਿਲਾਫ ਸਿੰਘਾਂ ਦੀ ਮੋਰਚਾਬੰਦੀ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਹੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਪ੍ਰਦਰਸ਼ਨ ਸ਼ੁਰੂ ਹੋਏ। ਬਹਾਦਰ ਸ਼ਾਮ ਕੌਰ ਨੇ ਅਧਿਕਾਰੀਆਂ ਨੂੰ ਕੰਧ ਨੂੰ ਅੱਗੇ ਵਧਣ ਤੋਂ ਤਾਂ ਰੋਕ ਲਿਆ ਸੀ, ਯਾਨੀ ਕਿ ਅੱਗੇ ਹੋਰ ਉਸਾਰੀ ਢਾਉਣ ਤੋਂ ਤਾਂ ਰੋਕ ਲਿਆ ਸੀ, ਪਰ ਅੰਗਰੇਜ਼ੀ ਹਕੂਮਤ ਦੀ ਇਸ ਹਰਕਤ ਦੇ ਨਾਲ ਸਿੰਘਾਂ ਦੇ ਖੂਨ ਖੌਲਣ ਲੱਗੇ। ਸਿੰਘਾਂ ਵੱਲੋਂ ਵੱਡੀ ਗਿਣਤੀ ਵਿੱਚ ਅੰਗਰੇਜ਼ਾਂ ਨੂੰ ਰੋਸ ਮਤੇ ਭੇਜੇ ਗਏ। 1913 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਇੱਕ ਵੱਡਾ ਰੋਸ ਮਾਰਚ ਕੱਢਿਆ ਗਿਆ। ਸ਼ਾਇਦ ਇਸੇ ਲਈ ਹਰ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਹੀ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ। ਅੰਗਰੇਜ਼ੀ ਹਕੂਮਤ ਦੇ ਖਿਲਾਫ ਸਿੱਖਾਂ ਦੀ ਇਹ ਪਹਿਲੀ ਤੇ ਸਿੱਧੀ ਲੜਾਈ ਸੀ। ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਨੇ ਵੀ ਸਿੱਖਾਂ ਦੀ ਮੰਗ ਤੇ ਇਸ ਵਿੱਚ ਦਖਲ ਦਿੱਤਾ। ਸਿੱਖ ਲੀਡਰ ਹਰਚੰਦ ਸਿੰਘ ਲਾਇਲਪੁਰੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਉਣ ਦਾ ਜਾਇਜ਼ਾ ਲਿਆ ਤੇ ਫਿਰ ਅਖਬਾਰਾਂ, ਕਿਤਾਬਾਂ, ਲੇਖਾਂ ਦੇ ਜ਼ਰੀਏ ਸਿੱਖ ਸੰਗਤ ਨੂੰ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਸਿੱਖ ਲਾਮਬੰਦ ਹੋਏ। 1914 ਦੇ ਵਿੱਚ
ਵਿੱਚ ਹੋਈ ਸਿੱਖ ਵਿਦਿਅਕ ਕਾਨਫਰੰਸ ਦੇ ਵਿੱਚ ਇਹ ਮਸਲਾ ਚੁੱਕਿਆ ਗਿਆ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਨਾਭਾ ਦੇ ਰਾਜਾ ਰਿਪੁਦਮਨ ਸਿੰਘ ਨਾਭਾ ਨੇ ਅੰਗਰੇਜ਼ਾਂ ਦੀ ਵਧੀਕੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਅੰਗਰੇਜ਼ੀ ਹਕੂਮਤ ਹੁਣ ਵੱਧ ਰਹੇ ਰੋਸ ਦੇ ਸਾਹਮਣੇ ਰਾਹ ਲੱਭਣ ਲੱਗੀ ਸੀ। ਅੰਮ੍ਰਿਤਸਰ ਦੇ ਡੀਸੀ ਮਿਸਟਰ ਕਿੰਗ ਨੂੰ ਹਦਾਇਤ ਕੀਤੀ ਗਈ ਕਿ ਇਸ ਮਾਮਲੇ ਦੇ ਵਿੱਚ ਸਿੱਖਾਂ ਦੀ ਵੱਡੀ ਸੰਸਥਾ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਨਾਲ ਗੱਲ ਕਰਕੇ ਮਾਮਲੇ ਦਾ ਹੱਲ ਕੱਢੇ। ਤੇ ਫਿਰ ਉਸੇ ਸਾਲ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ਕਰਕੇ ਬਰਤਾਨਵੀ ਹਕੂਮਤ ਦੇ ਨਾਲ ਕੰਧ ਉਸਾਰੀ ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਚੀਫ ਖਾਲਸਾ ਦੀਵਾਨ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਕੰਧ ਮੁੜ ਤੋਂ ਉਸਾਰ ਦਿੱਤੀ ਜਾਵੇ ਜਾਂ ਫਿਰ ਨਾਲ ਥਾਂ ਦਿੱਤੀ ਜਾਵੇ, ਪਰ ਸਰਕਾਰ ਨਹੀਂ ਚਾਹੁੰਦੀ ਸੀ ਕਿ ਸਿੱਖ ਗੁਰੂ ਘਰ ਦੀ ਇਮਾਰਤ ਦੀ ਉਸਾਰੀ ਉੱਥੇ ਹੀ ਕਰਨ, ਕਿਉਂਕਿ ਉਹਦੇ ਨਾਲ ਵਾਇਸਰਾਏ ਦੇ ਘਰ ਦੀ ਸ਼ਾਨ ਵਿੱਚ ਕਮੀ ਆ ਸਕਦੀ ਸੀ। ਇਸੇ ਲਈ ਸਰਕਾਰ ਨੇ ਗੁਰੂ ਘਰ ਦੇ ਨਾਮ ਕੁਝ ਜ਼ਮੀਨ ਅਲਾਟ ਕਰਦਿਆਂ ਇਹ ਸ਼ਰਤ ਰੱਖੀ ਕਿ ਸਿੱਖ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਗੁਰਦੁਆਰੇ ਦੀ ਇਮਾਰਤ ਨਹੀਂ ਬਣਾਉਣਗੇ। ਪਰ ਸਰਕਾਰ ਦੀ ਇਸ ਸ਼ਰਤ ਤੋਂ ਅਕਾਲੀ ਸਿੱਖ ਲੀਡਰ ਹਰਚੰਦ ਸਿੰਘ ਲਾਇਲਪੁਰੀ ਕਾਫੀ ਨਾਰਾਜ਼ ਹੋ ਗਏ ਤੇ ਉਹਨਾਂ ਨੇ ਗੁਰੂ ਘਰ ਦੀ ਢਾਈ ਜਿਹੜੀ ਕੰਧ ਸੀ ਉਸ ਨੂੰ ਮੁੜ ਤੋਂ ਉਸਾਰਨ ਵਾਸਤੇ 100 ਮੈਂਬਰਾਂ ਤੇ ਆਧਾਰਿਤ ਇੱਕ ਸ਼ਹੀਦੀ ਜਥੇ ਦੀ ਭਰਤੀ ਦਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਸਰਕਾਰ ਡਰੀ, ਸਰਕਾਰ ਝੁਕੀ ਅਤੇ ਆਖਿਰਕਾਰ ਜਿਹੜੀ ਗਲਤੀ ਕੀਤੀ ਸੀ ਅੰਗਰੇਜ਼ੀ ਹਕੂਮਤ ਨੇ ਉਹ ਉਸ ਨੂੰ ਦਰੁਸਤ ਕਰ ਲਿਆ ਗਿਆ। ਗੁਰਦੁਆਰਾ ਸਾਹਿਬ ਦੀ ਢਾਈ ਕੰਧ ਨੂੰ ਮੁੜ ਤੋਂ ਉਸਾਰ ਦਿੱਤਾ ਗਿਆ। ਇਸ ਤਰ੍ਹਾਂ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਾਰਮਿਕ ਅਸਥਾਨ ਰਾਹੀਂ ਸਿੱਖਾਂ ਨੇ ਅੰਗਰੇਜ਼ਾਂ ਦੇ ਖਿਲਾਫ ਵੱਡੀ ਜੰਗ ਜਿੱਤੀ ਤੇ ਅੰਗਰੇਜ਼ਾਂ ਦੀਆਂ ਵਧੀਕੀਆਂ ਪਹਿਲਾਂ ਹੀ ਲੋਕ ਦੇਖ ਰਹੇ ਸਨ, ਕਿਉਂਕਿ ਜਿਸ ਤਰੀਕੇ ਦੇ ਨਾਲ ਗੁਲਾਮ ਬਣਾ ਕੇ ਭਾਰਤੀਆਂ ਤੋਂ ਕੰਮ ਕਰਵਾਏ ਜਾਂਦੇ ਸੀ। ਜਦੋਂ ਤੋਂ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਪੈਰ ਧਰਿਆ ਸੀ, ਆਪਣੇ ਨਿਯਮ ਬਣਾਏ, ਆਪਣੇ ਰੂਲ ਲਾਗੂ ਕੀਤੇ ਅਤੇ ਇੱਥੋਂ ਦੇ ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਜਾਂਦਾ ਸੀ। ਇੱਥੋਂ ਦੇ ਜਿਹੜੀਆਂ ਹਕੂਮਤਾਂ ਸੀ, ਵੱਖ-ਵੱਖ ਰਿਆਸਤਾਂ ਦੇ ਰਾਜੇ ਸੀ, ਉਹਨਾਂ ਨੂੰ ਆਪਸ ਦੇ ਵਿੱਚ ਲੜਾ ਕੇ ਵੱਡੀਆਂ ਜਿਹੜੀਆਂ ਥਾਵਾਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੇ ਫਿਰ ਇੱਕ ਦਿਨ ਅਜਿਹਾ ਆਇਆ ਸੀ ਕਿ ਪੂਰੇ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਹੋ ਗਿਆ ਸੀ। ਤੇ ਜਦੋਂ ਜ਼ੁਲਮ ਵਧਣ ਲੱਗੇ, ਆਵਾਜ਼ ਕੋਈ ਚੁੱਕਦਾ ਨਹੀਂ ਸੀ, ਉਸੇ ਤਰ੍ਹਾਂ ਸਹੀ ਜਾਂਦੇ ਸੀ ਗੁਲਾਮਾਂ ਦੇ ਵਾਂਗੂ। ਤੇ ਫਿਰ ਜਦੋਂ ਇਹ ਘਟਨਾ ਵਾਪਰੀ ਸੀ, ਉਸ ਤੋਂ ਬਾਅਦ ਸਿੱਖਾਂ ਦੀ ਹਿੰਮਤ ਦੇਖ ਕੇ ਹੋਰ ਲੋਕ ਵੀ ਅੰਗਰੇਜ਼ੀ ਹਕੂਮਤ ਦੇ ਖਿਲਾਫ ਉੱਠਣੇ ਸ਼ੁਰੂ ਹੋਏ ਤੇ ਹੌਲੀ-ਹੌਲੀ ਜੰਗ ਲੜਦੇ ਆਜ਼ਾਦੀ ਦੀ ਜੰਗ ਕਾਫੀ ਲੰਬਾ ਸਮਾਂ ਚੱਲੀ। 1947 ਦੇ ਵਿੱਚ ਜਾ ਕੇ ਜਿਹੜਾ ਹੈਗਾ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਇਸ ਮੁਲਕ ਨੂੰ, ਪਰ 2 ਟੁਕੜੇ ਵੀ ਨਾਲ ਹੋ ਗਏ। ਲੋਕਾਂ ਦੀ ਕਤਲੋਗਾਰਤ ਹੋਈ, ਵੱਡੀ ਗਿਣਤੀ ਦੇ ਵਿੱਚ ਹੋਈ। ਉਸ ਦਰਦ ਨੂੰ ਅੱਜ ਵੀ ਲੋਕ ਮਹਿਸੂਸ ਕਰਦੇ ਨੇ। ਆਮ ਤੌਰ ਤੇ ਜੇ ਆਪਾਂ ਵੀ ਇੱਕ ਇਨਸਾਨ ਦੇ ਤੌਰ ਤੇ ਸੋਚ ਲਈਏ ਕਿ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ, ਸਾਨੂੰ ਅਚਾਨਕ ਕਿਹਾ ਜਾਵੇ ਕਿ ਤੁਸੀਂ ਆਪਣੇ ਘਰ ਛੱਡ ਕੇ ਉਸ ਮੁਲਕ ਦੇ ਵਿੱਚ ਚਲੇ ਜਾਓ, ਇੱਕ ਹੋਰ ਥਾਂ ਤੁਹਾਨੂੰ ਦਿੱਤੀ ਜਾਂਦੀ ਹੈ, ਤੁਸੀਂ ਆਪਣਾ ਸਾਰਾ ਕੁਝ ਇਸੇ ਤਰ੍ਹਾਂ ਛੱਡ ਕੇ ਚਲੇ ਜਾਓ। ਤੁਹਾਡੀਆਂ ਮਾਵਾਂ, ਭੈਣਾਂ, ਧੀਆਂ ਦੇ ਉੱਤੇ ਬਾਗ ਵਾਂਗੂ ਕੋਈ ਝਪਟ ਪਏ ਤੇ ਫਿਰ ਮਜਬੂਰੀ ਦੇ ਵਿੱਚ ਤੁਹਾਨੂੰ ਉਹਨਾਂ ਨੂੰ ਕਤਲ ਕਰਨਾ ਪਵੇ। ਉੱਥੇ ਹੀ ਆਪਣੇ ਬੱਚੇ ਰਾਹ ਦੇ ਵਿੱਚ ਤੁਹਾਡੇ ਰੁੱਲ ਜਾਣ ਜਾਂਦੇ ਤੁਸੀਂ ਕੀ ਮਹਿਸੂਸ ਕਰੋਗੇ? ਕੀ ਉਸ ਨੂੰ ਤੁਸੀਂ ਆਜ਼ਾਦੀ ਦਾ ਨਾਮ ਦਿਓਗੇ ਜਾਂ ਉਸ ਦੁਖਾਂਤ ਨੂੰ ਮਹਿਸੂਸ ਕਰੋਗੇ? ਸੋ ਇਸ ਭੰਬਲ ਭੁੱਸੇ ਦੇ ਵਿੱਚ ਲੋਕ ਵੀ ਫਸੇ ਰਹਿੰਦੇ ਨੇ ਜਿਨ੍ਹਾਂ ਨੇ ਉਹ ਦੇਖਿਆ ਹੈ, ਜਿਹੜਾ ਲੱਖਾਂ ਜਣਿਆਂ ਦੀ ਕਤਲੋਗਾਰਤ ਦਾ ਉਹ ਦ੍ਰਿਸ਼ ਦੇਖਿਆ, ਉਹ ਮੰਜ਼ਰ ਦੇਖਿਆ, ਉਹ ਕਦੇ ਵੀ ਇਸ ਨੂੰ ਆਜ਼ਾਦੀ ਦਾ ਨਾਮ ਨਹੀਂ ਦਿੰਦੇ। ਉਹ ਰੌਲਾ ਤੇ ਵੰਡ ਕਹਿੰਦੇ ਨੇ। ਆਮ ਤੌਰ ਤੇ ਪੰਜਾਬ ਜਿਹੜਾ ਇੱਧਰਲਾ ਹੈ ਜਾਂ ਫਿਰ ਪਾਕਿਸਤਾਨ ਦਾ ਪੰਜਾਬ ਹੈ, ਸਾਰੇ ਲੋਕ ਉਹਨਾਂ ਦਿਨਾਂ ਨੂੰ ਵੰਡ ਵਾਲੇ ਦਿਨ ਕਹਿ ਕੇ ਯਾਦ ਕਰਦੇ ਨੇ, ਰੌਲੇ ਵਾਲੇ ਦਿਨ ਕਹਿ ਕੇ ਯਾਦ ਕਰਦੇ ਨੇ। ਤੇ ਅੱਜ ਜਿਹੜੇ ਹੈਗੇ ਨੇ ਉਹਨਾਂ ਦਿਨਾਂ ਨੂੰ ਆਜ਼ਾਦੀ ਦੇ ਜਸ਼ਨਾਂ ਵਾਂਗੂ ਸਰਕਾਰਾਂ ਜ਼ਰੂਰ ਮਨਾਉਂਦੀਆਂ ਨੇ। ਖਾਸ ਰਿਪੋਰਟ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ।